Dear students, good morning to all of you. Our business study the first chapter कर रहे सी nature and purpose of business. So आज आप उस chapter ਨੂੰ continue ਕਰਾਂਗੇ. So today's topic is ਕਾਰੋਬਾਰ ਅਤੇ ਇਸ ਦੀ ਪ੍ਰਕਿਰਤੀ ਜਾਂ ਵਿਸ਼ੇਸ਼ਤਾਵਾਂ ਜਾਂ ਬਿਜ਼ਨਸ ਐਂਡ ਇਟਸ ਨੇਚਰ ਐਂਡ ਕਰੈਕਟਰਿਸਟਿਕਸ। ਇਹ ਕਿਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ, ਇਹ ਕਿਸ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ ਅਤੇ ਇੱਥੇ ਕੀ ਗੁਣ ਹੁੰਦੇ ਨੇ, ਉਹ ਅੱਜ ਆਪਾਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਰਿਵੀਜ਼ਨ ਕਰਦੇ ਹਾਂ। ਕਾਰੋਬਾਰ ਨਾਲ ਜਾਣ ਪਛਾਣ ਜਿਹੜਾ ਆਪਾਂ ਕੀਤਾ ਸੀਗਾ ਟੌਪਿਕ ਇੰਟਰੋਡਕਸ਼ਨ ਟੂ ਬਿਜ਼ਨਸ ਅਤੇ ਕਾਰੋਬਾਰ ਦੀ ਧਾਰਨਾ ਕਨਸੈਪਟ ਆਫ ਬਿਜ਼ਨਸ। ਇੰਟਰੋਡਕਸ਼ਨ ਟੂ ਬਿਜ਼ਨਸ ਆਪਾਂ ਕੀਤਾ ਸੀਗਾ ਵੀ ਮਨੁੱਖ ਦੀਆਂ ਦੋ ਤਰ੍ਹਾਂ ਦੀਆਂ ਗਤੀਵਿਧੀਆਂ ਆਪਣੇ ਸਾਹਮਣੇ ਹੁੰਦੀਆਂ, ਇਕਨੋਮਿਕ ਅਤੇ ਨੋਨ ਇਕਨੋਮਿਕ, ਆਰਥਿਕ ਅਤੇ ਗੈਰ ਆਰਥਿਕ। ਆਰਥਿਕ ਜਾਂ ਇਕਨੋਮਿਕ ਐਕਟੀਵਿਟੀਜ਼ ਕਿਹੜੀਆਂ ਵਾ ਜਿਨ੍ਹਾਂ ਦਾ ਮੋਟਿਵ ਕੀ ਆ ਪ੍ਰੋਫਿਟ, ਅਤੇ ਜਿਹੜਾ ਕਿਹਨੂੰ ਡਾਇਰੈਕਟਡ ਹੁੰਦੀਆਂ ਵਾ ਪੈਸੇ ਨਾਲ ਰਿਲੇਟਡ ਹੁੰਦੀਆਂ ਐਕਟੀਵਿਟੀਜ਼ ਇਕਨੋਮਿਕ ਐਕਟੀਵਿਟੀ। ਅਤੇ ਨੋਨ ਇਕਨੋਮਿਕ ਐਕਟੀਵਿਟੀ ਜਿਹੜੀਆਂ ਆਪਾਂ ਸਮਾਜਿਕ ਭਲਾਈ ਲਈ ਆਪਦੇ ਮਾਪਿਆਂ ਨੂੰ ਪਿਆਰ ਦੇਣ ਲਈ ਕਰਦੇ ਹਾਂ ਤਾਂ ਉਹ ਹੈਗੀਆਂ ਸੀਗੀਆਂ ਆਪਣੀਆਂ ਨੋਨ ਇਕਨੋਮਿਕ ਐਕਟੀਵਿਟੀਜ਼। ਸੋ ਆਪਾਂ ਇਕਨੋਮਿਕ ਐਕਟੀਵਿਟੀਜ਼ ਤਿੰਨ ਤਰ੍ਹਾਂ ਦੀਆਂ ਕੀਤੀਆਂ ਸੀਗੀਆਂ, ਬਿਜ਼ਨਸ, ਇੰਪਲੋਇਮੈਂਟ ਐਂਡ ਪ੍ਰੋਫੈਸ਼ਨ। ਸੋ ਅੱਜ ਆਪਾਂ ਬਿਜ਼ਨਸ ਨੂੰ ਕੰਟੀਨਿਊ ਕਰਾਂਗੇ। ਕਾਰੋਬਾਰ ਦੀ ਧਾਰਨਾ ਆਪਾਂ ਪੜ੍ਹੀ ਸੀ। ਕਾਰੋਬਾਰ ਇਸ ਤੋਂ ਪਤਾ ਲੱਗਦਾ ਵੀ ਕਾਰੋਬਾਰ ਕੀ ਹੈ। ਕਾਰੋਬਾਰ ਵਿੱਚ ਕੀ ਹੁੰਦਾ ਵਾ, ਸੇਲ ਐਂਡ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ ਹੁੰਦਾ, ਅਤੇ ਮੋਟਿਵ ਕੀ ਹੁੰਦਾ ਆਪਣਾ ਪ੍ਰੋਫਿਟ ਐਂਡ ਸੈਟਿਸਫਾਈ ਦਾ ਨੀਡਸ ਆਫ ਦਾ ਸੁਸਾਇਟੀ। ਵੀ ਸੁਸਾਇਟੀ ਦੀਆਂ ਲੋੜਾਂ ਨੂੰ ਮੁੱਖ ਧਿਆਨ ਵਿੱਚ ਰੱਖ ਕੇ ਆਪਾਂ ਬਿਜ਼ਨਸ ਸਟਾਰਟ ਕਰਨਾ ਵਾ, ਸੇਲ ਐਂਡ ਐਕਸਚੇਂਜ ਕਰਨੀ ਹੈ ਅਤੇ ਪ੍ਰੋਫਿਟ ਕਮਾਉਣਾ। ਸੋ ਆਪਾਂ ਕਰੈਕਟਰਿਸਟਿਕਸ ਸਟਾਰਟ ਕਰਦੇ ਹਾਂ। ਕਰੈਕਟਰਿਸਟਿਕਸ ਆਫ ਬਿਜ਼ਨਸ, ਵੀ ਬਿਜ਼ਨਸ ਦੇ ਕਿਸ ਤਰ੍ਹਾਂ ਦੇ ਲੱਛਣ ਹੁੰਦੇ ਨੇ ਜਾਂ ਇਹ ਕਿਸ ਤਰ੍ਹਾਂ ਦੀ ਚੀਜ਼ ਆ, ਕਿਹੜੀ ਚੀਜ਼ਾਂ ਤੋਂ ਮਿਲ ਕੇ ਬਣਦੇ ਆ, ਤਾਂ ਕਿਹੜੀ ਚੀਜ਼ ਨੂੰ ਆਪਾਂ ਬਿਜ਼ਨਸ ਕਹਿ ਸਕਦੇ ਹਾਂ। ਆਪਾਂ ਉਸਦੇ ਗੁਣ ਵੇਖਾਂਗੇ ਵੀ ਕਿਹੜੇ ਗੁਣ ਹੋਣੇ ਚਾਹੀਦੇ ਆ ਵੀ ਜੇ ਆਪਾਂ ਇੱਕ ਔਰਗਨਾਈਜੇਸ਼ਨ ਨੂੰ ਬਿਜ਼ਨਸ ਕਹਿਣਾ ਚਾਹਵਾਂਗੇ ਤਾਂ। ਪਹਿਲੇ ਨੰਬਰ 'ਤੇ ਕੀ ਆ, ਇਕਨੋਮਿਕ ਐਕਟੀਵਿਟੀਜ਼ ਜਾਂ ਆਰਥਿਕ ਕਿਰਿਆਵਾਂ। ਬਿਜ਼ਨਸ ਉਸ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਕੀ ਹੁੰਦਾ ਵਾ, ਇਨਕਲੂਡਸ ਓਨਲੀ ਇਕਨੋਮਿਕ ਐਕਟੀਵਿਟੀਜ਼ ਲਾਈਕ ਆਰਥਿਕ ਕਿਰਿਆਵਾਂ। ਐਗਜ਼ਾਮਪਲ ਪ੍ਰੋਡਕਸ਼ਨ ਐਂਡ ਡਿਸਟਰੀਬਿਊਸ਼ਨ ਆਫ ਗੁੱਡਸ। ਜੇ ਆਪਾਂ ਪ੍ਰੋਡਕਸ਼ਨ ਕਰਦੇ ਹਾਂ ਤਾਂ ਆਪਾਂ ਕਿਸੇ ਤੋਂ ਸਮਾਨ ਖਰੀਦਾਂਗੇ ਤਾਂ ਉਸ ਲਈ ਕੀ ਕਰਨਾ ਪੈਣਾ, ਆਪਾਂ ਨੂੰ ਪੈਸੇ ਪੇ ਕਰਨੇ ਪੈਣੇ ਆ। ਅਤੇ ਡਿਸਟਰੀਬਿਊਸ਼ਨ ਆਫ ਗੁੱਡਸ, ਵੀ ਜਦੋਂ ਆਪਾਂ ਗੁੱਡਸ ਨੂੰ ਵੰਡਾਂਗੇ ਜਾਂ ਸੇਲ ਕਰਾਂਗੇ ਤਾਂ ਉਦੋਂ ਵੀ ਆਪਾਂ ਨੂੰ ਪੈਸੇ ਦੀ ਇਨਵੋਲਵਮੈਂਟ ਚਾਹੀਦੀ ਆ। ਇਸ ਤਰ੍ਹਾਂ ਇਕਨੋਮਿਕ ਐਕਟੀਵਿਟੀਜ਼ ਦਾ ਗਠਨ ਹੈ। ਨੰਬਰ 2 'ਤੇ ਕੀ ਆ, ਸੇਲ ਔਰ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼। ਬਿਜ਼ਨਸ ਕੀ ਆ ਜਿਸ ਵਿੱਚ ਕੀ ਹੋ ਰਿਹਾ ਵਾ, ਸੇਲ ਐਂਡ ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ ਹੋ ਰਿਹਾ ਨੇ। ਅਤੇ ਕਾਰੋਬਾਰ 'ਚ ਜਿਹੜੇ ਸਮਾਨ ਅਤੇ ਸੇਵਾਵਾਂ ਦਾ ਤਬਾਦਲਾ ਜ਼ਰੂਰੀ ਹੈ। ਜੇ ਆਪਾਂ ਨਿੱਜੀ ਵਰਤੋਂ ਕਰਦੇ ਹਾਂ ਕਿਸੇ ਵੀ ਚੀਜ਼ ਦੀ, ਕਾਰੋਬਾਰ ਨਾਲ ਨਿੱਜੀ ਵਰਤੋਂ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ, ਆਪਾਂ ਕਾਰੋਬਾਰ ਗਤੀਵਿਧੀ ਨਹੀਂ ਮਿਥਾਂਗੇ। ਅਤੇ ਤੀਜੇ ਨੰਬਰ 'ਤੇ ਆਪਾਂ ਇਸ ਨੂੰ ਕਹਿ ਸਕਦੇ ਹਾਂ ਵੀ ਜਿਹੜਾ ਕਾਰੋਬਾਰ ਹੁੰਦਾ ਇਸ ਦਾ ਮੋਟਿਵ ਕੀ ਹੁੰਦਾ ਹੈ, ਪ੍ਰੋਫਿਟ ਮੋਟਿਵ, ਮਤਲਬ ਲਾਭ ਕਮਾਉਣਾ ਇਸ ਦਾ ਉਦੇਸ਼ ਹੁੰਦਾ ਹੈ। ਬਿਜ਼ਨਸ ਐਕਟੀਵਿਟੀਜ਼ ਆਰ ਕੰਸਰਨਡ ਵਿਦ ਪ੍ਰੋਫਿਟ ਮੋਟਿਵ। ਪ੍ਰੋਫਿਟ ਮੋਟਿਵ ਇਹਨਾਂ ਦਾ ਹੁੰਦਾ ਵੱਧ ਤੋਂ ਵੱਧ ਪ੍ਰੋਫਿਟ ਮੋਟਿਵ ਪ੍ਰੋਫਿਟ ਕਮਾ ਕੇ ਸੈਟਿਸਫਾਈ ਕਰਨਾ ਨੀਡਸ ਸੁਸਾਇਟੀ ਦੀਆਂ। ਇਫ ਨੋਟ, ਜੇ ਇਹਨਾਂ ਦਾ ਪ੍ਰੋਫਿਟ ਮੋਟਿਵ ਨਹੀਂ ਹੈ, ਕਿਸੇ ਵੀ ਐਕਟੀਵਿਟੀ ਦਾ ਨਹੀਂ ਹੈ, ਦੈਟ ਨੋਟ ਕੰਸੀਡਰ ਬਿਜ਼ਨਸ ਐਕਟੀਵਿਟੀ, ਉਸ ਨੂੰ ਆਪਾਂ ਬਿਜ਼ਨਸ ਐਕਟੀਵਿਟੀਜ਼ ਨਹੀਂ ਕਹਾਂਗੇ। ਜੇ ਮੰਨ ਲਓ ਵੀ ਆਪਾਂ ਸਮਾਜਿਕ ਸੇਵਾ ਲਈ ਕੁਛ ਕੰਮ ਕਰਨਾ ਚਾਹ ਰਹੇ ਹਾਂ ਤਾਂ ਉਹ ਕੀ ਹੋਊਗੇ, ਕਲੱਬਸ ਦੇ ਰੂਪ ਵਿੱਚ ਆਊਗਾ। ਐਗਜ਼ਾਮਪਲ ਦੇਖੀਏ ਤਾਂ ਜਿਵੇਂ ਸ਼ੇਅਰ ਮਾਰਕੀਟ ਦਾ ਬਿਜ਼ਨਸ ਚੱਲ ਰਿਹਾ ਵਾ ਤਾਂ ਉਹਦਾ ਮੋਟਿਵ ਕੀ ਆ, ਪ੍ਰੋਫਿਟ। ਅਦਰ ਬਿਜ਼ਨਸ ਜਿਵੇਂ ਲਾਈਕ ਉਹਨਾਂ ਨੂੰ ਕੀ ਕਹਿ ਸਕਦੇ ਆਪਾਂ, ਕਲੱਬਸ, ਉਹਨਾਂ ਨੂੰ ਕਲੱਬਸ ਕਹਾਂਗੇ ਜੇ ਕੋਈ ਵੀ ਮਤਲਬ ਕਲੱਬ ਚੱਲ ਰਿਹਾ ਸਮਾਜਿਕ ਸੇਵਾ ਵਾਸਤੇ। ਜਾਂ ਉਹਨਾਂ ਨੂੰ ਕੀ ਕਹਾਂਗੇ, ਨੋਟ ਫਾਰ ਪ੍ਰੋਫਿਟ ਔਰਗਨਾਈਜੇਸ਼ਨ, ਜਿਨ੍ਹਾਂ ਦਾ ਮੋਟਿਵ ਕੀ ਪ੍ਰੋਫਿਟ ਨਹੀਂ ਹੁੰਦਾ। ਦੈਨ ਇਹਦਾ ਚੌਥੇ ਨੰਬਰ ਦਾ ਗੁਣ ਕੀ ਹੈ ਜਾਂ ਕਰੈਕਟਰਿਸਟਿਕ ਕੀ ਹੈ, ਰਿਸਕ ਐਂਡ ਅਨਸਰਟੇਨਟੀ ਇਸ ਵਿੱਚ ਹੁੰਦੀ ਹੈ। ਰਿਸਕ ਕੀ ਹੈ, ਮਤਲਬ ਜੋਖਮ, ਬਹੁਤ ਸਾਰਾ ਰਿਸਕ ਆਫ ਲੋਸ ਐਂਡ ਅਨਸਰਟੇਨਟੀ ਹੁੰਦੀ ਆ। ਸਰਟੇਨ ਦਾ ਮਤਲਬ ਕੀ ਹੁੰਦਾ ਵੀ ਕੋਈ ਚੀਜ਼ ਨਿਸ਼ਚਿਤ ਹੈ ਵੀ ਇਹ ਹੈਪਨ ਹੋਵੇਗੀ, ਇਹ ਚੀਜ਼ ਹੋਵੇਗੀ, ਪਰ ਇਸ ਵਿੱਚ ਅਨਸਰਟੇਨਟੀ ਹੈ ਵੀ ਕੁਛ ਪਤਾ ਨਹੀਂ ਵੀ ਕਿਹੜੀ ਚੀਜ਼ ਕਦੋਂ ਹੋ ਜੇ। ਸੋ ਰਿਸਕ ਆਫ ਲੋਸ ਐਂਡ ਅਨਸਰਟੇਨਟੀ ਆਫ ਇਵੈਂਟਸ ਸੱਚ ਐਸ ਅਨਸਰਟੇਨਟੀ ਇਵੈਂਟ, ਜਿਵੇਂ ਨੈਚੁਰਲ ਕਲੈਮਿਟੀਜ਼ ਲਾਈਕ ਅਰਥਕਵੇਕ, ਫਲੱਡ, ਰਿਸੈਸ਼ਨ, ਮਤਲਬ ਮਾਰਕੀਟ ਵਿੱਚ ਮੰਦੀ ਆ ਜਾਣੀ, ਚੇਂਜ ਇਨ ਗਵਰਨਮੈਂਟ ਪੋਲਿਸੀਜ਼। ਇਹ ਅਨਸਰਟੇਨਟੀ ਅਤੇ ਬਿਜ਼ਨਸ ਦਾ ਇੱਕ ਪਾਰਟ ਹੁੰਦਾ ਵਾ, ਮਤਲਬ ਬਿਜ਼ਨਸ ਇਹਨਾਂ ਤੋਂ ਬਿਨਾਂ ਕੰਪਲੀਟ ਨਹੀਂ ਹੁੰਦਾ। ਬਿਜ਼ਨਸ ਵਿੱਚ ਰਿਸਕ ਹੁੰਦਾ ਹੈ ਅਤੇ ਅਨਸਰਟੇਨਟੀ ਹੁੰਦੀ ਹੈ। ਨੰਬਰ 5 'ਤੇ ਕੀ ਕਹਿ ਸਕਦੇ ਹਾਂ ਵੀ ਬਿਜ਼ਨਸ ਵਿੱਚ ਕੀ ਚੀਜ਼ ਹੁੰਦੀ ਹੈ, ਰੈਗੂਲਰ ਡੀਲਿੰਗਸ ਹੁੰਦੀਆਂ ਵਾ। ਜੇ ਰਿਕੁਆਇਰਸ ਰੈਗੂਲਰ ਡੀਲਿੰਗਸ, ਜੇ ਆਪਾਂ ਆਈਸੋਲੇਟਡ ਟ੍ਰਾਂਜੈਕਸ਼ਨ ਕਰੀਏ ਵੀ ਕੋਈ ਵੀ ਇੱਕ ਟ੍ਰਾਂਜੈਕਸ਼ਨ ਕਰੀਏ, ਕਾਫੀ ਮੰਥਸ ਵਿੱਚ ਇੱਕ ਟ੍ਰਾਂਜੈਕਸ਼ਨ ਕਰੀਏ ਤਾਂ ਆਪਾਂ ਉਹਨੂੰ ਕੀ ਕਹਾਂਗੇ, ਉਹਨੂੰ ਆਪਾਂ ਬਿਜ਼ਨਸ ਟ੍ਰਾਂਜੈਕਸ਼ਨ ਨਹੀਂ ਕਹਿ ਸਕਦੇ। ਬਿਜ਼ਨਸ ਟ੍ਰਾਂਜੈਕਸ਼ਨ ਉਹੀ ਹੁੰਦੀਆਂ ਨੇ ਜਿਹੜੀਆਂ ਆਪਾਂ ਰੈਗੂਲਰ ਡੀਲਿੰਗ ਕਰਦੇ ਹਾਂ ਕਸਟਮਰਸ ਨਾਲ ਜਾਂ ਉਹਨਾਂ ਨਾਲ ਵੇਚ ਜਾਂ ਖਰੀਦ ਕਰਦੇ ਹਾਂ। ਨੰਬਰ 6 'ਤੇ ਕ੍ਰੀਏਸ਼ਨ ਆਫ ਯੂਟੀਲਿਟੀ। ਬਿਜ਼ਨਸ ਉਸ ਨੂੰ ਕਿਹਾ ਜਾ ਸਕਦਾ ਹੈ ਜਿਹੜਾ ਕਿ ਕ੍ਰੀਏਸ਼ਨ ਆਫ ਯੂਟੀਲਿਟੀ ਕਰਦਾ ਵਾ। ਯੂਟੀਲਿਟੀ ਇੱਕ ਤੁਸ਼ਟੀ ਗੁਣ ਦੇ ਰੂਪ ਵਿੱਚ ਆਪਾਂ ਨੂੰ ਕੋਈ ਚੀਜ਼ ਪ੍ਰਦਾਨ ਕਰਦਾ ਹੈ। ਜਿਵੇਂ ਕ੍ਰੀਏਸ਼ਨ ਯੂਟੀਲਿਟੀ ਕਿਹਦੇ ਵੱਲੋਂ ਕੀਤੀ ਜਾਂਦੀ ਹੈ,
ਫੋਰਮ ਔਰ ਸ਼ੇਪ, ਜਿਹੜਾ ਕੱਚਾ ਮਾਲ ਆ ਉਸਨੂੰ ਫੋਰਮ ਜਾਂ ਸ਼ੇਪ ਦਿੱਤੀ ਜਾਂਦੀ ਹੈ ਕਿਹਦੇ ਵੱਲੋਂ, ਇੰਡਸਟਰੀ ਵੱਲੋਂ। ਟਾਈਮ ਯੂਟੀਲਿਟੀ ਕੌਣ ਕਰਦਾ ਹੈ, ਵੀ ਮਤਲਬ ਟਾਈਮ ਦੀ ਯੂਟੀਲਿਟੀ ਕੌਣ ਕਰਦਾ ਹੈ, ਥਰੂ ਵੇਅਰ ਹਾਊਸਿੰਗ। ਵੇਅਰ ਹਾਊਸਿੰਗ ਕੀ ਕਰਦੇ ਆ, ਵੀ ਸਮਾਨ ਸਟੋਰ ਕਰਕੇ ਰੱਖਦੇ, ਅਤੇ ਜਦੋਂ ਹੀ ਆਪਾਂ ਨੂੰ ਜਿਹੜੇ ਟਾਈਮ 'ਤੇ ਉਪਲਬਧ ਚਾਹੀਦੀ ਹੈ ਚੀਜ਼ ਉਹ ਆਪਾਂ ਨੂੰ ਮਿਲਦੀ ਹੈ। ਇਸ ਤਰ੍ਹਾਂ ਇਹ ਟਾਈਮ ਯੂਟੀਲਿਟੀ ਪੂਰੀ ਕਰਦੇ ਆ। ਪਲੇਸ ਯੂਟੀਲਿਟੀ ਕਿਸ ਤਰ੍ਹਾਂ ਇਹ ਮੀਟ ਕਰਦਾ ਬਿਜ਼ਨਸ, ਥਰੂ ਟਰਾਂਸਪੋਰਟ। ਟਰਾਂਸਪੋਰਟ ਨਾਲ ਆਪਾਂ ਨੂੰ ਗੁੱਡਸ ਉੱਥੇ ਪਹੁੰਚਦੇ ਆ ਜਿੱਥੇ ਆਪਾਂ ਨੂੰ ਜਿਹੜੀ ਮਾਰਕੀਟ ਵਿੱਚ ਪਹੁੰਚਣੀਆਂ ਚਾਹੀਦੀਆਂ ਵਾ। ਇਸ ਤਰ੍ਹਾਂ ਮਾਰਕੀਟ ਵਿੱਚ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਉਂਦੀ, ਤਾਂ ਇਹਨੂੰ ਕੀ ਕਹਿ ਸਕਦੇ ਆ, ਪਲੇਸ ਯੂਟੀਲਿਟੀ ਪੂਰੀ ਕਰਦੇ ਆ। ਨੰਬਰ 7 ਤੇ ਐਂਟਰਪ੍ਰੇਨਿਓਰਸ਼ਿਪ। ਐਂਟਰਪ੍ਰੇਨਿਓਰਸ਼ਿਪ ਮਤਲਬ ਸਾਹਸ। ਆਪਾਂ ਨੂੰ ਕਿਹੜਾ ਬਿਜ਼ਨਸ ਚਲਾਉਣ ਵਾਸਤੇ ਕੋਈ ਸਮਵਨ ਟੂ ਟੇਕ ਇਨੀਸ਼ੀਏਟਿਵ, ਜਿਹੜਾ ਇਨੀਸ਼ੀਏਟਿਵ ਲੈਣਾ ਚਾਹੁੰਦਾ ਹੈ, ਮਤਲਬ ਉੱਦਮੀ ਜਿਹੜਾ ਰਿਸਕ ਹੋਣ ਦੇ ਬਾਵਜੂਦ ਜਾਂ ਅਨਸਰਟੇਨਟੀ ਬਿਜ਼ਨਸ ਦੇ ਹੋਣ ਦੇ ਬਾਵਜੂਦ ਵੀ ਇਸ ਨੂੰ ਸਟਾਰਟ ਕਰਨਾ ਚਾਹੁੰਦਾ ਹੈ, ਤਾਂ ਆਪਾਂ ਨੂੰ ਐਂਟਰਪ੍ਰੇਨਿਓਰਸ਼ਿਪ ਚਾਹੀਦਾ ਹੈ ਇਸ ਵਿੱਚ। ਅਤੇ 8ਵੇਂ ਨੰਬਰ 'ਤੇ ਕੀ ਹੈ, ਜਿਹੜਾ ਬਿਜ਼ਨਸ ਚਲਾ ਰਿਹਾ ਵਾ ਉਸਨੂੰ ਮਤਲਬ ਫਰੀਡਮ ਹੈ, ਜਿਵੇਂ ਫੰਕਸ਼ਨਿੰਗ ਐਟ ਦ ਹੈਂਡਸ ਆਫ ਐਂਟਰਪ੍ਰੇਨਿਓਰ। ਐਂਟਰਪ੍ਰੇਨਿਓਰ ਕਿਹੜਾ ਉੱਦਮੀ ਜਿਹੜਾ ਇਨੀਸ਼ੀਏਟਿਵ ਲੈ ਰਿਹਾ ਵਾ ਰਿਸਕ ਅਤੇ ਅਨਸਰਟੇਨਟੀ ਹੋਣ ਦੇ ਬਾਵਜੂਦ ਵੀ, ਤਾਂ ਉਸਨੂੰ ਫਰੀਡਮ ਹੁੰਦੀ ਹੈ। ਆਪਾਂ ਇਸ ਤੋਂ ਪਛਾਣ ਕਰ ਸਕਦੇ ਹਾਂ ਵੀ ਇਹ ਬਿਜ਼ਨਸ ਆ, ਉਸਨੂੰ ਫਰੀਡਮ ਆ ਫੈਸਲੇ ਕਰਨ ਦੀ। ਐਗਜ਼ੈਂਪਲ ਜੇ ਆਪਾਂ ਲਈਏ, ਓਨਰ ਆਫ ਏ ਮੈਰਿਜ ਪੈਲੇਸ, ਜੇ ਓਨਰ ਆਫ ਮਤਲਬ ਕਿਸੇ ਮੈਰਿਜ ਪੈਲੇਸ ਦਾ ਕੋਈ ਓਨਰ ਆ, ਤਾਂ ਉਸਨੂੰ ਪੂਰਾ ਹੱਕ ਹੈ, ਉਸਨੂੰ ਪੂਰੀ ਫਰੀਡਮ ਆ, ਕੋਈ ਵੀ ਫੈਸਲਾ ਲੈ ਸਕਦਾ ਹੈ। ਬਟ ਜੇ ਆਪਾਂ ਕੋਈ ਅਸਿਸਟੈਂਟ ਦੀ ਗੱਲ ਕਰੀਏ, ਜੇ ਓਨਰ ਨੇ ਅਸਿਸਟੈਂਟ ਰੱਖਿਆ, ਅਸਿਸਟੈਂਟ ਕੋਲ ਲਗਾਤਾਰ ਵੈਸੇ ਹੱਕ ਹੁੰਦੇ ਆ, ਓਨਰ ਦੇ ਕਹਿਣ 'ਤੇ ਉਸਨੂੰ ਹੱਕ ਮਿਲ ਜਾਂਦਾ ਹੈ, ਪਰ ਅਸਿਸਟੈਂਟ ਹੀ ਹੋਵੇਗਾ, ਉਹ ਇੱਕ ਇੰਪਲੋਏ ਹੈ ਮੈਰਿਜ ਪੈਲੇਸ ਦਾ, ਨਾ ਕਿ ਓਨਰ ਹੈ, ਇਸ ਲਈ ਇਸਨੂੰ ਫਰੀਡਮ ਨਹੀਂ ਹੈ। ਨੰਬਰ 9 'ਤੇ ਕੰਜ਼ਿਊਮਰ ਸੈਟਿਸਫੈਕਸ਼ਨ ਇਹਦਾ ਮੇਨ ਪਾਰਟ ਹੁੰਦਾ ਵਾ। ਜੇ ਆਪਾਂ ਬਿਜ਼ਨਸ ਨੂੰ ਸਰਵਾਈਵ ਰੱਖਣਾ ਚਾਹੁੰਦੇ ਹਾਂ, ਮਤਲਬ ਜਿਉਂਦਾ ਰੱਖਣਾ ਚਾਹੁੰਦੇ ਹਾਂ, ਤਾਂ ਆਪਾਂ ਨੂੰ ਕੀ ਚਾਹੀਦਾ ਵਾ, ਹਿਊਮਨ ਦੀ ਸੈਟਿਸਫਾਈ ਕਰਨੀ, ਕੰਜ਼ਿਊਮਰ ਨੂੰ ਸੈਟਿਸਫਾਈ ਕਰਨਾ ਆਪਣੀਆਂ ਗੁੱਡਸ ਨਾਲ। ਉਹਨਾਂ ਨੂੰ ਘੱਟ ਤੋਂ ਘੱਟ ਪ੍ਰਾਈਸ 'ਤੇ ਵਧੀਆ ਕੁਆਲਿਟੀ ਦੀ ਚੀਜ਼ ਪ੍ਰੋਵਾਈਡ ਕਰਕੇ ਉਹਨਾਂ ਦੀ ਟੇਕ ਕੇਅਰ ਕਰਨੀ ਚਾਹੀਦੀ ਹੈ। ਉਹਨਾਂ ਦੀ ਪ੍ਰੈਫਰੈਂਸਿਸ ਦੀ, ਕਿਹੜੀਆਂ ਚੀਜ਼ ਦੀ ਉਹ ਪ੍ਰੈਫਰੈਂਸ ਕਰਦੇ ਮਾਰਕੀਟ ਵਿੱਚ, ਕਿਹੜੇ ਉਹਨਾਂ ਦੇ ਲਾਈਕਸ ਕੀ ਆ, ਡਿਸਲਾਈਕ ਕੀ ਆ। ਨੰਬਰ 10 ਕੀ ਹੈ, ਫਾਈਨੈਂਸ। ਫਾਈਨੈਂਸ ਕੀ ਹੈ, ਮੇਨ ਪਾਰਟ ਆ, ਲਾਈਫ ਲਾਈਨ ਇਹਨੂੰ ਕਿਹਾ ਜਾਂਦਾ ਬਿਜ਼ਨਸ ਦੀ। ਜੇ ਆਪਣੇ ਕੋਲ ਫਾਈਨੈਂਸ ਹੋਊਗਾ ਤਾਂ ਹੀ ਆਪਾਂ ਟ੍ਰਾਂਜੈਕਸ਼ਨ ਕਰ ਸਕਦੇ ਹਾਂ। ਈਵਨ ਇੱਕ ਸਿੰਗਲ ਟ੍ਰਾਂਜੈਕਸ਼ਨ ਨਹੀਂ ਆਪਾਂ ਕਰ ਸਕਦੇ ਜੇ ਆਪਣੇ ਕੋਲ ਫਾਈਨੈਂਸ ਨਹੀਂ ਹੈ, ਤਾਂ ਫਾਈਨੈਂਸ ਇੱਕ ਜਿੰਦ ਜਾਨ ਕਹਿ ਸਕਦੇ ਆਪਾਂ ਇਹਨੂੰ ਬਿਜ਼ਨਸ ਦੀ। 11ਵੇਂ ਨੰਬਰ 'ਤੇ ਸੈਟਿਸਫੈਕਸ਼ਨ ਆਫ ਨੀਡਸ, ਸੋਸ਼ਲ ਨੀਡਸ। ਸਮਾਜਿਕ ਜਿਹੜੀਆਂ ਆਪਣੀਆਂ ਲੋੜਾਂ ਵਾ ਉਹਨਾਂ ਦੀ ਸੈਟਿਸਫੈਕਸ਼ਨ ਕਰਨੀ ਆ, ਸੰਤੁਸ਼ਟ ਕਰਨਾ ਲੋਕਾਂ ਨੂੰ ਆਪਾਂ, ਇਹ ਪ੍ਰਾਇਮਰੀ ਓਬਜੈਕਟਿਵ ਹੁੰਦਾ ਬਿਜ਼ਨਸ ਦਾ। ਬਿਜ਼ਨਸ ਐਵੈਲਿਊਸ਼ਨ ਮਤਲਬ ਬਿਜ਼ਨਸ ਦੀ ਤਰੱਕੀ ਤਾਂ ਡਿਪੈਂਡਸ ਕਰਦੀ ਹੈ ਸੋਸ਼ਲ ਨੀਡਸ 'ਤੇ। ਜੇ ਸੋਸ਼ਲ ਨੀਡਸ ਨੂੰ ਆਪਾਂ ਮੀਟ ਕਰਾਂਗੇ ਅਤੇ ਉਹਨਾਂ ਨਾਲ ਕੰਜ਼ਿਊਮਰਸ ਨਾਲ ਨਿਆਂ ਕਰਾਂਗੇ। ਈਵਨ ਗੌਰਮੈਂਟ ਨੇ ਮਤਲਬ ਕਾਫੀ ਜ਼ਿਆਦਾ ਐਕਟ ਇਹਦੇ ਵਿੱਚ ਇਨੈਕਟ ਕੀਤੇ ਆ, ਵੀ ਲਾਗੂ ਕੀਤੇ, ਜਿਵੇਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ, ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ। ਆਈ ਹੋਪ ਵੀ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ ਅਤੇ ਸਮਝ ਵੀ ਆ ਗਿਆ ਹੋਵੇਗਾ। ਥੈਂਕ ਯੂ ਸੋ ਮਚ।